ਭੂਮੀਏ ਦੀ ਪੂਜਾ ਆਮ ਤੌਰ 'ਤੇ ਐਤਵਾਰ ਨੂੰ ਕੀਤੀ ਜਾਂਦੀ ਹੈ। ਕਈ ਬ੍ਰਾਹਮਣਾਂ ਨੂੰ ਭੋਜ ਵੀ ਦਿੰਦੇ ਹਨ। ਨਵੇਂ ਜੰਮੇ ਬੱਚੇ ਨੂੰ ਪਹਿਲੀ ਵਾਰ ਐਤਵਾਰ ਨੂੰ ਹੀ ਭੂਮੀਏ ਦੀ ਮਾੜੀ ਉੱਤੇ ਲਿਆਇਆ ਜਾਂਦਾ ਹੈ। ਠੀਕ ਹੈ, ਜਿਹੜੀ ਭੂਮੀਏ ਦੀ ਪੂਜਾ ਹੈ ਉਹ ਆਮ ਤੌਰ 'ਤੇ ਠੀਕ ਹੈ ਐਤਵਾਰ ਨੂੰ ਹੀ ਕੀਤੀ ਜਾਂਦੀ ਹੈ। ਠੀਕ ਹੈ, ਕਿਸੇ ਕੋਈ ਪੰਡਤ ਲੋਕ ਕਿਸੇ ਬ੍ਰਾਹਮਣ ਨੂੰ ਠੀਕ ਹੈ ਕਿ ਭੋਜ ਵੀ ਦਿੰਦੇ ਹਨ। ਅਤੇ ਠੀਕ ਹੈ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਪਹਿਲੀ ਵਾਰ ਠੀਕ ਹੈ ਐਤਵਾਰ ਨੂੰ ਭੂਮੀ ਦੇ ਉੱਪਰ ਜਾ ਕੇ ਕੀ ਹੈ ਮੱਥਾ ਟਿਕਾਇਆ ਜਾਂਦਾ ਹੈ। ਠੀਕ ਹੈ, ਮਾੜੀ ਉੱਤੇ ਲਿਆਇਆ ਜਾਂਦਾ ਹੈ। ਕਈ ਲੋਕ ਬੱਚੇ ਦੇ ਜਨਮ ਸਮੇਂ ਦਿਉਤੇ ਨੂੰ 5 ਪੂਲੇ ਦੁੱਬ ਘਾਹ ਦੇ ਭੇਟ ਕਰਦੇ ਹਨ ਅਤੇ ਨਵੀਂ ਸੂਈ ਜਾਂ ਨਵੀਂ ਖਰੀਦੀ ਗਊ ਮੱਝ ਠੀਕ ਹੈ ਜਾਂ ਲਵੇਰੇ ਦੁੱਧ ਦੀਆਂ ਪਹਿਲੀਆਂ ਧਾਰਾਂ ਹਮੇਸ਼ਾ ਭੂਮੀ ਨੂੰ ਭੇਟ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਜਦੋਂ ਵੀ ਕੋਈ ਪਿੰਡ ਦੇ ਵਿੱਚ ਨਵੀਂ ਮੱਝ ਲੈ ਕੇ ਆਉਂਦਾ ਜਾਂ ਨਵੀਂ ਗਾਂ ਲੈ ਕੇ ਆਉਂਦਾ ਤਾਂ ਉੱਥੇ ਮਤਲਬ ਕਿ ਦੁੱਧ ਇੱਕ ਤਰ੍ਹਾਂ ਦਾ ਕੀ ਹੈ ਭੂਮੀ 'ਤੇ ਚੜ੍ਹਾਇਆ ਜਾਂਦਾ ਹੈ। ਧੀ ਪੁੱਤਰ ਦੇ ਵਿਆਹ ਵੇਲੇ ਅਤੇ ਫਸਲਾਂ ਦੀ ਕਟਾਈ ਮਗਰੋਂ ਭੂਮੀ ਨੂੰ ਵੀ ਪੂਜਿਆ ਜਾਂਦਾ ਹੈ। ਠੀਕ ਹੈ, ਗੰਨੇ ਦਾ ਰਸ ਨਪੀੜਨ ਵੇਲੇ 5 ਗੰਨੇ ਭੂਮੀ ਨੂੰ ਭੇਟ ਕੀਤੇ ਜਾਂਦੇ ਨੇ। ਠੀਕ ਹੈ, ਜਦੋਂ ਕਿਸੇ ਵੀ ਪੁੱਤਰ ਜਾਂ ਧੀ ਦਾ ਵਿਆਹ ਹੁੰਦਾ ਹੈ ਜਾਂ ਫਸਲ ਦੀ ਕਟਾਈ ਤੋਂ ਮਗਰੋਂ ਠੀਕ ਹੈ ਭੂਮੀ 'ਤੇ ਜਾਇਆ ਕਰਦੇ ਨੇ ਪਿੰਡ ਦੇ ਲੋਕ। ਮੰਗਲ ਮੌਕਿਆਂ ਉੱਤੇ ਬ੍ਰਾਹਮਣਾਂ ਨੂੰ ਭੂਮੀ ਨਿਮਿਤ ਭੋਜਨ ਦਿੱਤਾ ਜਾਂਦਾ ਹੈ। ਬ੍ਰਾਹਮਣਾਂ ਨੂੰ ਭੋਜਨ ਤਾਂ ਘਰ ਵਿੱਚ ਹੀ ਛਕਾਇਆ ਜਾਂਦਾ ਹੈ, ਪਰ ਉਹਨਾਂ ਤੋਂ ਪਹਿਲਾਂ ਭੂਮੀਏ ਨੂੰ ਭੋਗ ਲਵਾਉਣ ਲਈ ਮਾੜੀ ਉੱਤੇ ਵੀ ਥਾਲੀ ਭੇਜੀ ਜਾਂਦੀ ਹੈ। ਭੂਮੀਏ ਨੂੰ ਕਈ ਥਾਈਂ ਚੌਦਸ ਵਾਲੇ ਦਿਨ ਭੇਟਾਂ ਦਿੱਤੀਆਂ ਜਾਂਦੀਆਂ ਹਨ। ਗੁੜਗਾਵਾਂ ਵਿੱਚ ਭੂਮੀਏ ਦੀ ਪੂਜਾ ਚੌਦਸ ਨੂੰ ਹੀ ਕੀਤੀ ਜਾਂਦੀ ਹੈ। ਭੂਮੀਏ ਮੂਲ ਵਿੱਚ ਕਲਿਆਣੀ ਰੂਪ ਹੈ। ਭੂਮੀਆ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਅਤੇ ਰੱਖਿਆ ਕਰਦਾ ਹੈ। ਉਹ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਉਂਦਾ। ਠੀਕ ਹੈ, ਪਰ ਜੋ ਕੋਈ ਸ਼ਖਸ ਭੂਮੀ ਦਾ ਅਪਮਾਨ ਕਰੇ, ਉਸਦੀ ਮਾੜੀ ਲਾਗੇ ਮੈਲਾ ਸੁੱਟੇ ਠੀਕ ਹੈ ਜਾਂ ਪਿੱਠ ਕਰਕੇ ਮੰਜੀ ਉੱਤੇ ਸੋਵੇ ਜਾਂ ਦਾਤਣ ਕਰਕੇ ਮਾੜੀ ਉੱਤੇ ਸੁੱਟੇ ਤਾਂ ਉਸ ਨੂੰ ਸਜ਼ਾ ਵੀ ਦਿੰਦਾ ਹੈ। ਵੈਸੇ ਕਈ ਭੂਮੀ ਖੋਰੂ ਸੁਭਾਅ ਦੇ ਮੰਨੇ ਗਏ ਹਨ। ਇਹਨਾਂ ਨੂੰ ਰਿਝਾਉਣ ਲਈ ਭੇਟਾਂ ਚਾੜ੍ਹਨੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ। ਠੀਕ ਹੈ, ਕਿ ਜਿਹੜੇ ਭੂਮੀ ਹੁੰਦੇ ਨੇ ਠੀਕ ਹੈ ਜਿਹੜੇ ਲੋਕ ਉਹਨਾਂ ਦੀ ਕੀ ਪ੍ਰਾਰਥਨਾ ਕਰਦੇ ਨੇ ਠੀਕ ਹੈ ਉਹਨਾਂ ਦੀ ਕੀ ਉਹ ਰੱਖਿਆ ਕਰਦਾ ਹੈ। ਠੀਕ ਹੈ, ਉਹ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਠੀਕ ਹੈ, ਜੇਕਰ ਕੋਈ ਫਿਰ ਵੀ ਕੋਈ ਠੀਕ ਹੈ ਕੋਈ ਉਹਨਾਂ ਨੂੰ ਮਾੜਾ ਕਹਿੰਦਾ ਹੈ ਜਾਂ ਮਤਲਬ ਕੋਈ ਠੀਕ ਹੈ ਕੋਈ ਦਾਤਣ ਕਰਕੇ ਠੀਕ ਹੈ ਮਾੜੀ ਉੱਤੇ ਸੁੱਟਦਾ ਹੈ ਠੀਕ ਹੈ ਤਾਂ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ, ਜਾਂ ਕੋਈ ਵੀ ਉਹਦਾ ਅਪਮਾਨ ਕਰਦਾ ਤਾਂ ਕਿ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ, ਇਸ ਕਰਕੇ ਹੁਣ ਆਪਣਾ ਸੈਕਿੰਡ ਪੁਆਇੰਟ ਹੈ ਖੇੜਾ ਦਿਉਤਾ। ਖੇੜਾ ਪਿੰਡ ਦਾ ਹੀ ਇੱਕ ਦਿਉਤਾ ਹੈ ਜਿਸ ਦਾ ਦਰਜਾ ਭੂਮੀਆਂ ਨਾਲੋਂ ਕੀ ਹੈ ਛੋਟਾ ਹੁੰਦਾ ਹੈ। ਠੀਕ ਹੈ, ਜਿਹੜਾ ਖੇੜਾ ਹੈ ਉਹ ਪਿੰਡ ਦਾ ਹੀ ਇੱਕ ਕੀ ਹੈ ਦੇਵਤਾ ਹੁੰਦਾ ਹੈ, ਦਿਉਤਾ ਹੁੰਦਾ ਹੈ, ਜਿਹਦਾ ਦਰਜਾ ਕੀ ਹੈ ਬਹੁਤ ਛੋਟਾ ਹੁੰਦਾ ਪਰ ਭੂਮੀਆਂ ਨਾਲੋਂ ਕੀ ਹੈ ਛੋਟਾ ਹੁੰਦਾ ਹੈ। ਮੂਲ ਵਿੱਚ ਇਹ ਪਿੰਡ ਦਾ ਕੀ ਹੈ ਰੱਖਿਅਕ ਹੁੰਦਾ ਹੈ। ਠੀਕ ਹੈ, ਮੁੱਖ ਉਦੇਸ਼ ਮਤਲਬ ਇਹੀ ਹੈ ਕਿ ਪਿੰਡ ਦੇ ਲੋਕਾਂ ਦੀ ਕੀ ਇਹ ਰੱਖਿਆ ਕਰਦਾ ਹੈ। ਕਈ ਵਾਰ ਖੇੜਾ ਦਿਉਤੇ ਅਤੇ ਭੂਮੀਏ ਦਾ ਏਕੀਕਰਨ ਵੀ ਕਰ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਛੋਟੇ ਪਿੰਡਾਂ ਵਿੱਚ ਹੀ ਖੇੜੇ ਦਿਉਤੇ ਦੀ ਪੂਜਾ ਹੁੰਦੀ ਹੈ। ਠੀਕ ਹੈ, ਜਿੰਨੇ ਮਤਲਬ ਕਿ ਜਿਹੜਾ ਆਪਣੇ ਭੂਮੀਏ ਪੜ੍ਹਿਆ ਸੀ ਉਹ ਵੱਡੇ ਪਿੰਡਾਂ ਦੇ ਵਿੱਚ ਵੀ ਹੁੰਦਾ ਸੀ ਕਿ ਛੋਟੇ ਪਿੰਡਾਂ ਦੇ ਵਿੱਚ ਵੀ ਹੁੰਦਾ ਸੀ। ਠੀਕ ਹੈ, ਜਿਹੜਾ ਮਤਲਬ ਖੇੜਾ ਦਿਉਤਾ ਹੈ ਇਹ ਜ਼ਿਆਦਾਤਰ ਕਿ ਛੋਟੇ ਪਿੰਡਾਂ ਵਿੱਚ ਹੀ ਇਹਦੀ ਕੀ ਹੈ ਪੂਜਾ ਕੀਤੀ ਜਾਂਦੀ ਹੈ। ਠੀਕ ਹੈ, ਵੱਡੇ ਵਿੱਚ ਭੂਮੀਏ ਦੀ ਪਰ ਕਈ ਪਿੰਡਾਂ ਵਿੱਚ ਭੂਮੀਏ ਦਿਉਤੇ ਦੇ ਨਾਲੋਂ ਅਲਹਿੰਦਾ ਖੇੜਾ ਦਿਉਤਾ ਵੀ ਵੇਖਣ ਵਿੱਚ ਆਇਆ ਹੈ। ਅਜਿਹੀ ਸਥਿਤੀ ਵਿੱਚ ਖੇੜਾ ਪਿੰਡ ਦੇ ਪਸ਼ੂਆਂ ਦੀ ਰੱਖਿਆ ਕਰਦਾ ਹੈ। ਭੂਮੀਆਂ ਪਿੰਡ ਦੇ ਸਾਰੇ ਜੀਆਂ ਅਤੇ ਖੇਤਾਂ ਦੀ। ਠੀਕ ਹੈ, ਇਹ ਖੇੜਾ ਦਿਉਤਾ ਜਿਹੜਾ ਪਿੰਡ ਦੇ ਠੀਕ ਹੈ ਇਹ ਲੋਕਾਂ ਦੀ ਤਾਂ ਰੱਖਿਆ ਕਰਦਾ ਹੀ ਕਰਦਾ ਹੈ, ਨਾਲ ਕੀ ਹੈ ਜਿਹੜੇ ਉੱਥੋਂ ਦੇ ਪਸ਼ੂ ਨੇ ਠੀਕ ਹੈ ਮੱਝਾਂ ਗਾਂ ਕੋਈ ਪਸ਼ੂ ਨੇ ਉਹਨਾਂ ਦੀ ਵੀ ਕੀ ਹੈ ਰੱਖਿਆ ਕੀਤੀ ਜਾਂਦੀ ਹੈ। ਵੈਸੇ ਵੀ ਖੇੜਾ ਦਿਉਤਾ ਅਤੇ ਭੂਮੀਏ ਦੇ ਵਿੱਚ ਅਧਿਕਾਰ ਖੇਤਰ ਅਲੱਗ-ਅਲੱਗ ਹਨ। ਖੇੜਾ ਪਿੰਡ ਦੇ ਲੋਕਾਂ ਦੀ ਰੱਖਿਆ ਕਰਦਾ ਹੈ, ਇਸ ਦਾ ਅਧਿਕਾਰ ਖੇਤਰ ਸੀਮਿਤ ਹੈ। ਕਈ ਵਾਰ ਇਹ ਪਿੰਡ ਦੇ ਪਸ਼ੂਆਂ ਦੀ ਵੀ ਰਾਖਾ ਹੁੰਦਾ ਹੈ। ਠੀਕ ਹੈ, ਇਹਨਾਂ ਦੇ ਵਿੱਚ ਕੀ ਹੈ ਭੂਮੀਏ ਦੇ ਜਿਹੜਾ ਦਿਉਤਾ ਹੈ ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਬਿਲਕੁਲ ਕੀ ਅਲੱਗ-ਅਲੱਗ ਹੈ। ਠੀਕ ਹੈ, ਜਿਹੜਾ ਭੂਮੀ ਹੈ ਉਹ ਜ਼ਿਆਦਾਤਰ ਵੱਡੇ ਪਿੰਡਾਂ ਦੇ ਵਿੱਚ ਆਉਂਦਾ ਹੈ। ਠੀਕ ਹੈ, ਜਿਹੜਾ ਖੇੜਾ ਦਿਉਤਾ ਹੈ ਉਹ ਛੋਟੇ ਪਿੰਡਾਂ ਦੇ ਵਿੱਚ ਆਉਂਦਾ ਹੈ। ਇਹ ਪਿੰਡ ਦੇ ਲੋਕਾਂ ਦੀ ਵੀ ਰੱਖਿਆ ਕਰਦਾ ਅਤੇ ਨਾਲ ਨਾਲ ਉੱਥੋਂ ਦੇ ਪਸ਼ੂਆਂ ਦਾ ਵੀ ਰਾਖੀ ਕਰਦਾ ਹੈ। ਠੀਕ ਹੈ, ਪਿੰਡ ਬੰਨ੍ਹਣ ਵੇਲੇ ਸਭ ਤੋਂ ਪਹਿਲਾਂ ਇੱਟਾਂ ਚੂਨੇ ਦਾ ਇੱਕ ਥੜਾ ਬਣਾਇਆ ਜਾਂਦਾ ਹੈ ਜਿਸ ਦੇ ਵਿਚਕਾਰ ਅਰਧ ਆਂਡਾਕਾਰ ਗੋਲਾ ਬਣਾਇਆ ਜਾਂਦਾ ਹੈ। ਇਸ ਵਿੱਚ ਦੀਵੇ ਬਾਲਣ ਲਈ ਗੋਲਾ ਬਣਾਇਆ ਜਾਂਦਾ ਹੈ। ਇਸ ਵਿੱਚ ਦੀਵੇ ਬਾਲਣ ਲਈ ਆਲਾ ਰੱਖਿਆ ਜਾਂਦਾ ਹੈ। ਇਹ ਖੇੜਾ ਦਿਉਤੇ ਦਾ ਸਥਾਨ ਹੈ। ਠੀਕ ਹੈ, ਕਿ ਪਿੰਡ ਬੰਨ੍ਹਣ ਵੇਲੇ ਸਭ ਤੋਂ ਪਹਿਲਾਂ ਕਿ ਇੱਕ ਇੱਟਾਂ ਦਾ ਚੂਨਾ ਇੱਕ ਥੜਾ ਜਿਹਾ ਬਣਾਇਆ ਜਾਂਦਾ ਹੈ। ਠੀਕ ਹੈ, ਉਹਦਾ ਜਿਹੜਾ ਆਕਾਰ ਹੁੰਦਾ ਹੈ ਅਰਧ ਆਂਡਾਕਾਰ ਗੋਲਾ ਦੀ ਤਰ੍ਹਾਂ ਬਣਾਇਆ ਜਾਂਦਾ ਹੈ। ਠੀਕ ਹੈ, ਫਿਰ ਉਹਦੇ ਵਿੱਚ ਕੀ ਹੈ ਲੱਕੜਾਂ ਵਾਲੀਆਂ ਜਾਂਦੀਆਂ ਨੇ ਕਿ ਬਾਲਣ ਵਾਲਿਆ ਜਾਂਦਾ ਹੈ। ਠੀਕ ਹੈ, ਦੀਵੇ ਬਾਲਣ ਲਈ ਇੱਕ ਛੋਟਾ ਜਿਹਾ ਆਲਾ ਰੱਖਿਆ ਜਾਂਦਾ ਆਪਾਂ ਚਰਾਗ ਕਹਿ ਲਓ ਜਾਂ ਦੀਵਾ। ਠੀਕ ਹੈ, ਘਿਓ ਦਾ ਜਾਂ ਤੇਲ ਦਾ ਠੀਕ ਹੈ ਉਹਨੂੰ ਬਾਲਿਆ ਜਾਂਦਾ ਹੈ। ਕਈ ਪਿੰਡਾਂ ਵਿੱਚ ਪਿੰਡ ਦੇ ਮੂਹਰਲੇ ਦਰਵਾਜ਼ੇ ਅੱਗੇ ਲੱਕੜੀ ਦਾ ਇੱਕ ਢਾਂਚਾ ਜਿਹਾ ਬਣਾ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਦੀਆਂ ਬਾਹਾਂ ਫੈਲੀਆਂ ਹੁੰਦੀਆਂ ਹਨ। ਇਹ ਢਾਂਚਾ ਖੇੜਾ ਦਾ ਹੀ ਹੈ ਜੋ ਪਿੰਡ ਦੇ ਲੋਕਾਂ ਦੀ ਬਿਮਾਰੀ ਤੋਂ ਰੱਖਿਆ ਕਰਦਾ ਹੈ। ਖੇੜਾ ਦਿਉਤੇ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਹੈ। ਜੀਂਦ ਵਿੱਚ ਚਾਹੇ ਲਗੋਤ ਦੇ ਜੱਟ ਖੇੜੇ ਨੂੰ
ਭੂਮੀ ਨੂੰ ਵੀ ਪੂਜਦੇ ਹਨ। ਠੀਕ ਹੈ ਕਿ ਜ਼ਿਆਦਾਤਰ ਜਿਹੜੀ ਇਹਦੀ ਪੂਜਾ ਹੈ, ਜਿਵੇਂ ਭੂਮੀ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਸੀ, ਅਸੀਂ ਖੇਡ ਦੀ ਪੂਜਾ ਐਤਵਾਰ ਨੂੰ ਹੀ ਕੀਤੀ ਜਾਂਦੀ ਸੀ। ਠੀਕ ਹੈ, ਇਸ ਕਰਕੇ ਇਹ ਲੋਕਾਂ ਦੀ ਵੀ ਰੱਖਿਆ ਕਰਦਾ ਸੀ, ਉੱਥੋਂ ਦੇ ਪਸ਼ੂਆਂ ਦੀ ਵੀ ਰੱਖਿਆ ਕਰਦਾ ਸੀ, ਅਤੇ ਨਾਲ ਪਿੰਡ ਦੇ ਲੋਕਾਂ ਦੀ ਬਿਮਾਰੀਆਂ ਤੋਂ ਵੀ ਰੱਖਿਆ ਕਰਦਾ ਹੈ। ਥਰਡ ਪੁਆਇੰਟ ਆਪਣਾ ਖੇਤਰਫਲ। ਪੰਜਾਬ ਦੇ ਪਿੰਡਾਂ ਦੀ ਆਰਥਿਕ ਵਾਹੀ ਖੇਤੀ ਦੀ ਚੂਲ ਦੁਆਲੇ ਘੁੰਮਦੀ ਹੈ। ਖੇਤ ਕਿਸਾਨਾਂ ਲਈ ਆਸਾਂ ਵੀ ਹਨ ਅਤੇ ਸ਼ਕਤੀ ਵੀ ਅਤੇ ਜੀਵਨ ਨਿਰਵਾਹ ਵੀ। ਕਿ ਜਿਹੜੇ ਖੇਤ ਨੇ, ਠੀਕ ਹੈ, ਕਿਉਂਕਿ ਜਿਹੜੇ ਕਿਸਾਨ ਨੇ, ਠੀਕ ਹੈ, ਉਹ ਜ਼ਿਆਦਾਤਰ ਕੀ ਹੈ, ਖੇਤੀ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ। ਠੀਕ ਹੈ, ਇਸ ਕਰਕੇ ਖੇਤੀ ਕਿਸਾਨਾਂ ਦੀ ਆਸਾਂ ਨੇ, ਉਹੀ ਉਹਨਾਂ ਦੀ ਕੀ ਹੈ, ਤਾਕਤ ਹੈ, ਉਹੀ ਉਹਨਾਂ ਦੀ ਸ਼ਕਤੀ ਹੈ, ਉਹੀ ਉਹਨਾਂ ਦਾ ਕੀ ਹੈ, ਜੀਵਨ ਨਿਰਵਾਹ ਹੈ। ਸਵੈ ਰੱਖਿਆ ਲਈ ਜੋ ਕੋਈ ਪੇਂਡੂ ਦੇਵੀ ਦੇਵਤਿਆਂ ਦਾ ਸਹਾਰਾ ਲੈਂਦਾ ਹੈ ਤਾਂ ਖੇਤਾਂ ਦੀ ਰੱਖਿਆ ਲਈ ਵੀ ਕਿਸੇ ਦੇਵਤੇ ਦੀ ਪੂਜਾ ਕਰਨੀ ਕੀ ਹੈ, ਸੁਭਾਵਿਕ ਹੈ। ਠੀਕ ਹੈ, ਜਿਵੇਂ ਪਿੰਡ ਦੇ ਲੋਕਾਂ ਦੀ ਰੱਖਿਆ ਦੇ ਲਈ, ਪਸ਼ੂਆਂ ਦੀ ਰੱਖਿਆ ਦੇ ਲਈ, ਠੀਕ ਹੈ, ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉਵੇਂ ਖੇਤਾਂ ਦੀ ਨਾਲ ਸੰਬੰਧਿਤ ਰੱਖਿਆ ਦੇ ਲਈ ਵੀ ਕੀ ਹੈ, ਕਈ ਦੇਵਤਿਆਂ ਦੀ ਕੀ ਹੈ, ਪੂਜਾ ਕੀਤੀ ਜਾਂਦੀ ਹੈ। ਕਿ ਖੇਤਾਂ ਨਾਲ ਸੰਬੰਧਿਤ ਦੇਵਤੇ ਖੇਤਾਂ ਜਿਵੇਂ ਕੁਦਰਤੀ ਆਫਤ, ਮੀਂਹ, ਹਨੇਰੀ, ਤੂਫਾਨ, ਝੱਖੜ ਤੋਂ ਰੱਖਿਆ ਕਰਦਾ ਹੈ, ਉਹਨਾਂ ਦੀ ਫਸਲ ਦੀ ਪੈਦਾਵਾਰ ਵਿੱਚ ਕੀ ਹੈ, ਵਾਧਾ ਕਰਦਾ ਹੈ। ਅਜਿਹੇ ਦੇਵਤੇ ਵਿੱਚ ਪ੍ਰਮੁੱਖ ਸਥਾਨ ਖੇਤਰਫਲ ਦਾ ਹੈ। ਠੀਕ ਹੈ, ਕਿ ਖੇਤਰਫਲ ਦਾ ਸਥਾਨ ਖੇਤਾਂ ਵਿੱਚ ਹੀ ਬਣਾਇਆ ਜਾਂਦਾ। ਠੀਕ ਹੈ, ਜਿਹੜਾ ਖੇਤਰਫਲ ਦਾ ਸਥਾਨ ਉਹ ਖੇਤਾਂ ਦੇ ਵਿੱਚ ਹੀ ਬਣਾਇਆ ਜਾਂਦਾ ਹੈ। ਫਸਲ ਦੀ ਵਾਢੀ ਵੇਲੇ ਉਸ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ। ਕੁਦਰਤੀ ਆਫਤਾਂ ਵੇਲੇ ਫਸਲ ਦੀ ਰੱਖਿਆ ਲਈ ਖੇਤਰਫਲ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ। ਕਈ ਵਾਰ ਕੁੱਕੜਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਉੱਥੇ ਖੇਤਰਫਲ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਹੈ। ਠੀਕ ਹੈ, ਜਿਹੜੀ ਖੇਤਰਫਲ ਦੀ ਪੂਜਾ ਹੈ ਐਤਵਾਰ ਨੂੰ ਕੀਤੀ ਜਾਂਦੀ ਹੈ। ਠੀਕ ਹੈ, ਆਪਣੀ ਫਸਲਾਂ ਦੀ ਵਾਢੀ ਦੇ ਸਮੇਂ ਉਹਦੀ ਪੂਜਾ ਕੀਤੀ ਜਾਂਦੀ ਹੈ। ਠੀਕ ਹੈ, ਕਿ ਜਦੋਂ ਕੋਈ ਕੁਦਰਤੀ ਹਨੇਰੀ ਤੂਫਾਨ ਆ ਜਾਂਦਾ ਹੈ, ਠੀਕ ਹੈ, ਉਹਦੀ ਫਸਲ ਦੀ ਰੱਖਿਆ ਦੇ ਲਈ ਖੇਤਰਫਲ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਨੇ। ਜ਼ਿਆਦਾਤਰ ਜਿਹੜੀ ਭੇਟ ਹੁੰਦੀ ਹੈ ਉਹ ਕੁੱਕੜਾਂ ਦੀ ਬਲੀ ਦਿੱਤੀ ਜਾਂਦੀ ਹੈ। ਖੇਤਰਫਲ ਨੂੰ ਭੈਰੋ ਦਾ ਵੀ ਇੱਕ ਰੂਪ ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਪੂਰਬ ਅਰਿਆਈ ਕਾਲ ਵਿੱਚ ਦਰਾਵੜਾਂ ਵਿੱਚ ਪ੍ਰਚਲਿਤ ਸੀ। ਖੇਤਰਫਲ ਦੀ ਪੂਜਾ ਵੀ ਧਰਤੀ ਮਾਤਾ ਦੀ ਪੂਜਾ ਦਾ ਇੱਕ ਵਿਸਥਾਰ ਹੈ। ਠੀਕ ਹੈ, ਜਿਹੜਾ ਖੇਤਰਫਲ ਜਿਹੜੀ ਪੂਜਾ ਸੀ, ਠੀਕ ਹੈ, ਉਹ ਇੱਕ ਵਿਸਥਾਰ ਸੀ ਧਰਤੀ ਮਾਤਾ ਦਾ। ਖੇਤਰਫਲ ਨੂੰ ਉਤਪਾਦਨ ਦਾ ਵੀ ਦੇਵਤਾ ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਨਾਲ ਭੋਈ ਦੀ ਜਨਨ ਸ਼ਕਤੀ ਅਥਵਾ ਉਤਪਾਦਨ ਸ਼ਕਤੀ ਵਿੱਚ ਕੀ ਹੈ, ਵਾਧਾ ਕਰਦਾ ਹੈ। ਠੀਕ ਹੈ, ਆਪਣੀ ਜਿਹੜੀ ਉਤਪਾਦਨ ਸ਼ਕਤੀ ਹੈ ਉਹਦੇ ਵਿੱਚ ਵੀ ਕੀ ਇਹ ਵਾਧਾ ਕਰਦਾ ਹੈ। ਪੰਜਾਬ ਵਿੱਚ ਜਦੋਂ ਫਸਲ ਪੱਕਦੀ ਹੈ ਤਾਂ ਬ੍ਰਾਹਮਣਾਂ ਨੂੰ ਸੱਦ ਕੇ ਫਸਲ ਵੱਢਣ ਲਈ ਕੋਈ ਸ਼ੁਭ ਮੁਹੂਰਤ ਕੱਢਿਆ ਜਾਂਦਾ ਹੈ। ਉਸ ਸ਼ੁਭ ਦਿਨ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਰੋਟੀ ਦੀਆਂ 5 ਗਰਾਈਆਂ ਜਾਂ ਇੱਕ ਜਲ ਦਾ ਖੁੰਭ ਦੇ ਫਸਲ ਦੀ ਕੋਈ ਗੁੱਠ ਖੇਤਰਪਾਲ ਲਈ ਰਾਖਵੀਂ ਕਰ ਦਿੱਤੀ ਜਾਂਦੀ ਹੈ। ਪਰ ਹੋਰ ਸਥਾਨਿਕ ਦੇਵਤਿਆਂ ਵਾਂਗ ਖੇਤਰਫਲ ਦੀ ਪੂਜਾ ਘਟਦੀ ਜਾ ਰਹੀ ਹੈ। ਠੀਕ ਹੈ, ਕਈ ਮਤਲਬ ਕੀ ਹੈ, ਸਥਾਨਕ ਪੱਧਰ 'ਤੇ ਇਹਨਾਂ ਦੀ ਜਿਹੜੀ ਪੂਜਾ ਕਹਿੰਦੇ ਕਿ ਇਹ ਘਟਦੀ ਜਾ ਰਹੀ ਹੈ। ਜਦੋਂ ਵੀ ਕੋਈ ਫਸਲ ਪੱਕਦੀ ਸੀ ਤਾਂ ਬ੍ਰਾਹਮਣ ਨੂੰ ਬੁਲਾ ਕੇ, ਠੀਕ ਹੈ, ਤਾਂ ਮਹੂਰਤ ਦਿਨ ਕੋਈ ਸ਼ੁਭ ਦਿਨ ਕੱਢਿਆ ਜਾਂਦਾ ਸੀ। ਠੀਕ ਹੈ, ਫਿਰ ਉੱਥੇ ਕੀ ਹੈ, ਸ਼ੁਭ ਦਿਨ 'ਤੇ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਪੰਜ ਰੋਟੀਆਂ, ਠੀਕ ਹੈ, ਜਾਂ ਜਲ ਫਸਲ ਕੋਈ ਵੀ ਉੱਥੇ ਖੇਤਰਪਾਲ ਉੱਪਰ ਚੜ੍ਹਾਇਆ ਜਾਂਦਾ ਸੀ। ਖੇਤਰਪਾਲ ਦਾ ਏਕੀਕਰਨ ਕਈ ਵਾਰ ਭੂਮੀ ਨਾਲ ਵੀ ਕਰ ਲਿਆ ਜਾਂਦਾ ਹੈ। ਅਸਲ ਵਿੱਚ ਭੂਮੀ ਜੋ ਭੈਰੋ ਦਾ ਇੱਕ ਰੂਪ ਹੈ, ਪਿੰਡ ਦਾ ਪ੍ਰਧਾਨ ਦੇਵਤਾ ਹੈ। ਬਾਕੀ ਸਭ ਦੇਵਤੇ ਉਸ ਦਾ ਰੂਪ ਮੰਨੇ ਜਾਂਦੇ ਹਨ। ਨੈਕਸਟ ਤੇ ਆਪਣਾ ਲਾਸਟ ਪੁਆਇੰਟ ਹੈ ਸੀਮਾ ਦੇਵਤਾ। ਕਿ ਗ੍ਰਾਮ ਦੇਵਤਾ ਵਿੱਚ ਸੀਮਾ ਦੇਵਤੇ ਨੂੰ ਵੀ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਸ ਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ। ਬਦਰੂਹਾਂ, ਰੋਗ ਅਤੇ ਬਿਮਾਰੀਆਂ ਵਾਲੀ ਖੇਰੂ ਸ਼ਕਤੀ ਨੂੰ ਸੀਮਾ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਪਿੰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਫੈਲਣ ਤੋਂ ਰੋਕਦਾ ਹੈ। ਠੀਕ ਹੈ, ਜਿਹੜਾ ਸੀਮਾ ਦੇਵਤਾ ਦੀ, ਠੀਕ ਹੈ, ਇਹਦਾ ਕਿ ਗ੍ਰਾਮ ਦੇਵਤਿਆਂ ਵਿੱਚ, ਠੀਕ ਹੈ, ਕਿ ਪਿੰਡ ਦੇ ਦੇਵਤਿਆਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਹੈ। ਠੀਕ ਹੈ, ਇਹ ਕੀ ਸੀ ਕਿ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਕੀ ਹੈ, ਫੈਲਣ ਤੋਂ ਰੋਕਦਾ ਸੀ। ਧਾਰਨਾ ਇਹ ਹੈ ਕਿ ਹਰ ਪਿੰਡ ਦੇ ਆਪਣੇ ਦੇਵਤੇ ਹੁੰਦੇ ਹਨ ਜੋ ਪਿੰਡ ਦੀ ਰੱਖਿਆ ਕਰਦੇ ਹਨ। ਪਿੰਡ ਦੀ ਸੀਮਾ ਤੋਂ ਪਾਰ ਵੱਖਰਾ ਖੇਤਰ ਸ਼ੁਰੂ ਹੋ ਜਾਂਦਾ ਸੀ। ਠੀਕ ਹੈ, ਹਰ ਪਿੰਡ ਦੇ ਕੀ ਆਪਣੇ ਦੇਵਤੇ ਹੁੰਦੇ ਸੀ। ਠੀਕ ਹੈ, ਉਹ ਪਿੰਡਾਂ ਦੀ ਕੀ ਰੱਖਿਆ ਕਰਦੇ ਸੀ, ਉਹਨਾਂ ਦੇ ਲੋਕਾਂ ਦੀ ਰੱਖਿਆ ਕਰਦੇ ਸੀ, ਉਹਨਾਂ ਦੀ ਫਸਲਾਂ ਦੀ ਰੱਖਿਆ ਕਰਦੇ ਸੀ। ਠੀਕ ਹੈ, ਉਹਨਾਂ ਦੀ ਪਸ਼ੂਆਂ ਦੀ ਰੱਖਿਆ ਕਰਦੇ ਸੀ। ਪਰ ਪਿੰਡ ਦੀ ਸੀਮਾ ਤੋਂ ਬਾਹਰ ਜਿਹੜਾ ਵੱਖਰਾ ਖੇਤਰ ਕੀ ਹੈ ਸ਼ੁਰੂ ਹੋ ਜਾਂਦੇ ਸੀ, ਉਹ ਸਿਰਫ ਆਪਣੇ ਕੀ ਜ਼ਿਆਦਾਤਰ ਪਿੰਡ ਤੱਕ ਹੀ ਸੀਮਿਤ ਹੁੰਦੇ ਸੀ, ਜਿਸ ਉੱਤੇ ਬਾਹਰਲੇ ਦੇਵਤੇ ਦਾ ਅਧਿਕਾਰ ਹੁੰਦਾ ਹੈ। ਇਸ ਲਈ ਪਹਿਲੀਆਂ ਵਿੱਚ ਵਿਆਹ ਵੇਲੇ ਪਿੰਡ ਬਾਹਰ ਜਾਣ ਲੱਗਿਆ ਬਰਾਤ ਸੀਮਾ ਉੱਤੇ ਪੁੱਜ ਕੇ ਪਹਿਲਾਂ ਆਪਣੇ ਦੇਵਤੇ ਪੂਜਦੀ ਹੈ, ਫਿਰ ਸੀਮਾ ਪਾਰ ਕਰਕੇ ਬਾਹਰਲੇ ਦੇਵਤਿਆਂ ਨੂੰ ਪੁੱਜ ਕੇ ਉਹਨਾਂ ਦੀ ਬਖਸ਼ਿਸ਼ ਮੰਗਦੀ ਹੈ। ਠੀਕ ਹੈ, ਜਦੋਂ ਵੀ ਪਿੰਡ ਦੇ ਵਿੱਚ ਕੋਈ ਵਿਆਹ ਹੁੰਦਾ ਸੀ, ਬਰਾਤ ਜਾਣ ਵੇਲੇ ਪਹਿਲਾਂ ਉੱਥੇ ਮਤਲਬ ਕੀ ਹੈ ਪੂਜਿਆ ਜਾਂਦਾ ਸੀ। ਠੀਕ ਹੈ, ਉੱਥੋਂ ਬਖਸ਼ਿਸ਼ ਮੰਗਦੀ ਸੀ। ਬਾਹਰ ਦੇ ਦੇਵਤਿਆਂ ਨੂੰ ਲਿਜਾਣਾ ਉਤਾਰਨਾ ਹੀ ਜ਼ਰੂਰੀ ਸੀ
ਠੀਕ ਹੈ। ਰੋਜ਼ਾਨਾ ਉਤਰਨਾ ਹੀ ਜ਼ਰੂਰੀ ਸੀ। ਬਾਹਰ ਦੇ ਦੇਵਤਿਆਂ ਨੂੰ ਰੋਜ਼ਾਨਾ ਉਤਰਨਾ ਹੀ ਜ਼ਰੂਰੀ ਸੀ ਜਿਤਨਾ ਆਪਣੇ ਦੇਵਤੇ ਨੂੰ ਪੂਜਣਾ। ਪਰ ਹੁਣ ਰਸਮ ਕੇਵਲ ਨਦੀ ਪਾਰ ਕਰਨ ਵੇਲੇ ਹੀ ਕੀਤੀ ਜਾਂਦੀ ਹੈ। ਜਦੋਂ ਕਿਧਰੇ ਨਾਲ ਦੇ ਪਿੰਡ ਵਿੱਚ ਕੋਈ ਬਿਮਾਰੀ ਫੈਲ ਗਈ ਹੋਵੇ ਤਾਂ ਪਿੰਡ ਦੇ ਵਸਦੇ ਲੋਕਾਂ ਅਤੇ ਪਸ਼ੂਆਂ ਦੀ ਰੱਖਿਆ ਲਈ ਸੀਮਾ ਦੇਵਤੇ ਦੀ ਪੂਜਾ ਜ਼ਰੂਰੀ ਸਮਝੀ ਜਾਂਦੀ ਸੀ। ਠੀਕ ਹੈ। ਜਦੋਂ ਕਿਸੇ ਨੇੜਲੇ ਪਿੰਡ ਜਾਂ ਆਲੇ ਦੁਆਲੇ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲ ਦਿੱਤੀ ਤਾਂ ਜਿਹੜੇ ਉਹ ਪਿੰਡ ਦੇ ਲੋਕ ਸੀ, ਠੀਕ ਹੈ, ਤਾਂ ਆਪਣੇ ਕੀ ਹੈ ਪਸ਼ੂਆਂ ਦੀ ਰੱਖਿਆ ਕਰਨ ਦੇ ਲਈ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਲਈ ਕਿ ਉਹ ਸੀਮਾ ਦੇਵਤਾ ਦੀ ਪੂਜਾ ਕਰਦੇ ਸੀ। ਕਈ ਵਾਰ ਜਲ ਦੇ ਭਰੇ 3 ਖੁੰਭ ਪੰਡਿਤ ਸਿਰ ਉੱਤੇ ਚੁੱਕ ਕੇ ਸਾਰੇ ਪਿੰਡ ਦੀ ਸੀਮਾ ਦੀ ਪਰਿਕਰਮਾ ਕਰਦਾ ਹੈ। ਉਸ ਦੇ ਅੱਗੇ ਅੱਗੇ ਇੱਕ ਭਾਂਡੇ ਵਿੱਚ ਗੋਹੇ ਦੀ ਇੱਕ ਤੁੱਬਦੀ ਪਾਥੀ ਉੱਤੇ ਹਰਮਲ ਅਤੇ ਮਿਰਚਾਂ ਸੁੱਟੀ ਇੱਕ ਪੁਰੋਹਿਤ ਮੰਤਰ ਪੜ੍ਹਦਾ ਜਾਂਦਾ ਹੈ ਅਤੇ ਜਿੱਥੇ ਗੇੜਾ ਸ਼ੁਰੂ ਕੀਤਾ ਜਾਂਦਾ ਹੈ ਉੱਥੇ ਹੀ ਉਹ ਖਤਮ ਕਰਕੇ ਕਾਰਜ ਹੀ ਵਾਹ ਦਿੱਤੀ ਜਾਂਦੀ ਹੈ। ਨਾਲੋਂ ਨਾਲ ਮੰਤਰ ਦਾ ਜਾਪ ਕੀਤਾ ਜਾਂਦਾ ਹੈ। ਧਾਰਨਾ ਹੈ ਕਿ ਇਸ ਤਰ੍ਹਾਂ ਬਾਹਰੋਂ ਕੋਈ ਬਲਾ ਸੀਮਾ ਅੰਦਰ ਨਹੀਂ ਪੁੱਛ ਸਕਦੀ, ਕਿ ਉਹ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹੀ ਕੋਈ ਬਲਾ ਕੀ ਪਿੰਡ ਦੇ ਵਿੱਚ ਦਾਖਲ ਨਹੀਂ ਹੋ ਸਕਦੀ। ਕਈ ਪਿੰਡਾਂ ਦੀ ਸੀਮਾ ਉੱਤੇ ਦਰਵਾਜ਼ਾ ਬਣਾਇਆ ਹੁੰਦਾ ਹੈ। ਉਸ ਦਰਵਾਜ਼ੇ ਉੱਤੇ ਹੀ ਪੂਜਾ ਅਰਚਨਾ ਕਰਕੇ ਸੀਮਾ ਦੇਵਤਾ ਪ੍ਰਸੰਨ ਕੀਤਾ ਜਾਂਦਾ ਹੈ। ਸੀਮਾ ਉੱਤੇ ਕਿਸੇ ਬ੍ਰਿਕਸ਼ ਹੇਠ ਪੱਥਰ ਗੀਟਿਆਂ ਦੀ ਸ਼ਕਲ ਵਿੱਚ ਲੱਗਾ ਢੇਰ ਹੀ ਸੀਮਾ ਦੇਵਤਾ ਦਾ ਸਥਾਨ ਹੁੰਦਾ ਹੈ। ਪਰ ਹੁਣ ਇਸ ਦੀ ਪੂਜਾ ਕੁਝ ਪਛੜੇ ਪਿੰਡਾਂ ਵਿੱਚ ਹੀ ਪ੍ਰਚਲਿਤ ਹੈ। ਠੀਕ ਹੈ। ਪਰ ਇਹਦੀ ਜਿਹੜੀ ਅੱਜ ਦੇ ਸਮੇਂ ਜਿਹੜੀ ਪੂਜਾ ਹੈ, ਠੀਕ ਹੈ, ਬਹੁਤ ਘੱਟ ਕੀਤੀ ਜਾਂਦੀ, ਕਿ ਪਛੜੇ ਹੋਏ ਪਿੰਡਾਂ ਵਿੱਚ ਹੀ ਕੀਤੀ ਜਾਂਦੀ ਹੈ। ਠੀਕ ਹੈ। ਅੱਜ ਆਪਣਾ ਲੈਕਚਰ ਸਮਾਪਤ ਹੁੰਦਾ ਹੈ। ਥੈਂਕ ਯੂ, ਧੰਨਵਾਦ।